ਕਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ ਕਰੀਏ ਗੁਰ ਵਿਚਾਰ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰਸ ਖੇਹ। ਪਰਮ ਸਨਮਾਨਯੋਗ ਤਖਤ ਦੇ ਮਾਲਕ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੀ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸਾਹਿਬ ਜੀ ਦੇ ਮੁਬਾਰਕ ਕਦਮਾਂ ਵਿੱਚ ਅਦਬ ਸਹਿਤ ਸਮੂਹ ਸੰਗਤ ਹੋਵੋ ਨਤਮਸਤਕ, ਆਖੋ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪਣੀ ਅਮੋਲਕ ਰਚਨਾ ਰਾਹੀਂ ਸਾਰੀ ਸ੍ਰਿਸ਼ਟੀ ਨੂੰ ਸਰਸਬਜ਼ ਕਰਦਿਆਂ ਸੁੱਕੇ ਹੋਏ ਹਿਰਦਿਆਂ ਨੂੰ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਜਲ ਨਾਲ ਸਿੰਜਦਿਆਂ ਹੋਇਆਂ ਅੱਜ ਦੇ ਅੰਮ੍ਰਿਤ ਬਚਨਾਂ ਦੀ ਵਰਖਾ ਕੀਤੀ ਹੈ। ਲੜੀ ਅਨੁਸਾਰ ਜਪਜੀ ਸਾਹਿਬ ਜੀ ਦੀ 20ਵੀਂ ਪੌੜੀ, ਜਿਨ੍ਹਾਂ ਦਾ ਅੰਮ੍ਰਿਤ ਪਾਠ ਆਪ ਜੀ ਨੇ ਹੁਣੇ ਭਾਈ ਸਾਹਿਬ ਜੀ ਦੀ ਰਸਨਾ ਤੋਂ ਸ਼ਰਵਣ ਕੀਤਾ ਹੈ। ਅਮੋਲਕ ਬਚਨ ਸਤਿਗੁਰਾਂ ਬਖਸ਼ੇ ਨੇ, ਭਰੀਏ ਹੱਥ ਪੈਰ ਤਨ ਦੇ। ਵੱਖਰੇ ਵੱਖਰੇ ਸ਼ਬਦ ਨੇ, ਇਹਨਾਂ ਨੂੰ ਬੜੇ ਠਹਿਰਾਓ ਨਾਲ ਪੜ੍ਹਾਂਗੇ ਤਾਂ ਗੱਲ ਸਹਿਜੇ ਹੀ ਸਮਝ ਪੈ ਜਾਏਗੀ। ਭਰੀਏ ਦਾ ਅੱਖਰੀ ਅਰਥ ਹੈ ਜੇ ਭਰ ਜਾਣ, ਜੇ ਲਿਬੜ ਜਾਣ, ਭਾਵ ਮੈਲੇ ਹੋ ਜਾਣ। ਕੀ ਚੀਜ਼ ਭਰੀਏ? ਫਿਰ ਕਹਿੰਦੇ ਹੱਥ, ਜੇ ਸਾਡੇ ਹੱਥ ਮੈਲੇ ਹੋ ਜਾਣ। ਫਿਰ ਦੂਜਾ ਬਚਨ ਹੈ ਪੈਰ, ਜੇ ਸਾਡੇ ਪੈਰ ਮੈਲੇ ਹੋ ਜਾਣ। ਜੇ ਇਹ ਸਰੀਰ ਯਾਨੀ ਤਨ ਜਿਹਨੂੰ ਲਿਖਿਆ ਮੈਲਾ ਹੋ ਜਾਏ। ਦੇ, ਇਹਨਾਂ ਦੋਨਾਂ ਦਾ ਅਰਥ ਸਰੀਰ ਹੀ ਹੈ। ਤਨ ਦੇ ਦੋਨਾਂ ਦਾ ਅਰਥ ਸਰੀਰ ਹੈ। ਸਿਰਫ ਪੰਕਤੀ ਦੇ ਤੁਕਾਂਤ ਨੂੰ ਪੂਰਾ ਕਰਨ ਲਈ ਗੁਰੂ ਨਾਨਕ ਸਾਹਿਬ ਜੀ ਨੇ ਤਨ ਅਤੇ ਦੇ ਦੋ ਸ਼ਬਦ ਇਸਤੇਮਾਲ ਕੀਤੇ ਨੇ। ਸਾਹਿਬ ਜੀ ਕਹਿੰਦੇ ਨੇ ਜੇਕਰ ਸਾਡੇ ਹੱਥ ਪੈਰ ਅਤੇ ਇਹ ਸਰੀਰ ਬਾਹਰੀ ਮੈਲ ਨਾਲ ਮੈਲਾ ਹੋ ਜਾਏ ਤੇ ਅਸੀਂ ਫਿਰ ਕੀ ਕਰਦੇ ਹਾਂ? ਸਾਡੀ ਸਭ ਤੋਂ ਪਹਿਲੀ ਕਿਰਿਆ ਇਹ ਹੁੰਦੀ ਹੈ ਕਿ ਮੇਰੇ ਹੱਥ ਲਿਬੜ ਗਏ ਨੇ, ਜਲਦੀ ਨਾਲ ਪਾਣੀ ਦਿਓ, ਜਾਂ ਭੱਜ ਕੇ ਅਸੀਂ ਵਾਸ਼ ਬੇਸਿਨ ਤੇ ਚਲੇ ਗਏ, ਧੋ ਲੈ। ਸਾਬਣ ਲੈ ਲਿਆ ਹੱਥ ਵਿੱਚ, ਧੋ ਲੈ। ਜਦੋਂ ਤਨ ਮੈਲਾ ਹੋਇਆ, ਹੱਥ ਮੈਲੇ ਹੋਏ, ਪੈਰ ਮੈਲੇ ਹੋਏ ਤੇ ਅਸੀਂ ਪਾਣੀ ਵੱਲ ਦੇਖਿਆ ਕਿ ਪਾਣੀ ਹੀ ਇਹਨਾਂ ਨੂੰ ਸਵੱਛ ਕਰ ਸਕਦਾ। ਹੁਣ ਸਾਹਿਬ ਨੇ ਜਿਹੜਾ ਬਚਨ ਕਿਹਾ ਬੜਾ ਕੀਮਤੀ। ਆਖਣ ਲੱਗੇ ਜੇਕਰ ਤਨ ਨੂੰ ਧੋਣਾ ਹੈ, ਹੱਥ ਧੋਣੇ ਨੇ, ਪੈਰ ਧੋਣੇ ਨੇ, ਪਾਣੀ
ਤੇ ਜੇ ਅਗਲੀਆਂ ਪੰਕਤੀਆਂ ਨੂੰ ਆਪਾਂ ਨਾਲ ਲੈ ਕੇ ਚੱਲੀਏ ਤੇ ਵਿਆਖਿਆ ਆਸਾਨ ਹੋ ਜਾਏ। ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸਖੇ। ਅਗਲੀਆਂ ਪੰਕਤੀਆਂ ਦਾ ਪਾਠ ਨਾਲ ਹੀ ਕਰੋ ਜੀ। ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸਖੇ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ। ਦੂਜੀ ਗੱਲ ਏ, ਜੇ ਕੱਪੜੇ ਸਾਡੇ ਸਰੀਰ ਦੀ ਵੇਸਟੇਜ ਨਾਲ ਮੂਤ ਮੂਤਰ ਭਾਵਰਥ ਗੰਦੇ ਤੋਂ ਹੈ, ਸਾਡੇ ਸਰੀਰ ਵਿੱਚੋਂ ਖਾਰਜ ਹੋਣ ਵਾਲੀ ਮਲ ਨਾਲ ਅਗਰ ਸਾਡੇ ਕੱਪੜੇ ਗੰਦੇ ਹੋ ਜਾਣ ਤੇ ਫਿਰ ਅਸੀਂ ਕੀ ਕਰਦੇ ਹਾਂ? ਮੂਤ ਪਲੀਤੀ, ਪਲੀਤੀ ਨਹੀਂ ਪੜਨਾ, ਪਲੀਤੀ ਪਲੀਤ ਹੋ ਗਏ, ਮੈਲੇ ਹੋ ਗਏ। ਮੂਤ ਪਲੀਤੀ ਕੱਪੜ ਹੋਏ ਫਿਰ ਦੇ ਸਾਬੂਨ ਲਈਐ ਉਹ ਧੋਏ। ਬੜੀ ਗਜ਼ਬ ਦੀ ਗੱਲ ਹੈ ਔਰ ਇਹ ਰੋਜ਼ ਸਾਡੀ ਕਿਰਿਆ ਹੈ ਔਰ ਅਸੀਂ ਰੋਜ਼ ਕਰਦੇ ਹਾਂ। ਜ਼ਰਾ ਜਿਹਾ ਕੱਪੜੇ ਨੂੰ ਦਾਗ ਲੱਗ ਜਾਏ ਅਸੀਂ ਕਹਿੰਦੇ ਵੀ ਇਹਨੂੰ ਧੋਵੋ, ਇਹਨੂੰ ਵਾਸ਼ਿੰਗ ਮਸ਼ੀਨ ਵਿੱਚ ਪਾ ਦਿਓ, ਇਹਨੂੰ ਫੁੱਲੀ ਆਟੋਮੈਟਿਕ ਮਸ਼ੀਨ ਵਿੱਚ ਪਾ ਦਿਓ, ਵਿੱਚੇ ਸਰਫ ਪੈ ਗਿਆ, ਵਿੱਚੇ ਪਾਣੀ ਪੈ ਗਿਆ, ਵਾਸ਼ ਹੋ ਗਿਆ, ਧੋਤਾ ਗਿਆ, ਸੁਕਾਏ, ਪ੍ਰੈਸ ਕੀਤੇ, ਪਹਿਨ ਲੈ, ਕੱਪੜੇ ਸਾਫ਼ ਹੋ ਗਏ। ਇਹੀ ਕਿਰਿਆ। ਪਰ ਹਜ਼ੂਰ ਨੇ ਜਿਹੜੀ ਤੱਤ ਦੀ ਗੱਲ ਵਿੱਚ ਸਮਝਾਈ ਹੈ, ਕਹਿਣ ਲੱਗੇ ਜੇ ਭਰੀਐ ਮਤ ਪਾਪਾਂ ਕੈ ਸੰਗ। ਇਹਨਾਂ ਤਿੰਨਾਂ ਪੰਕਤੀਆਂ ਨੂੰ ਇਕੱਠੀਆਂ ਲੈ ਕੇ ਚੱਲਣਾ ਪਏਗਾ ਜੇ ਇਸ ਵਿਚਾਰ ਨੂੰ ਅਸੀਂ ਸਮਝਣਾ ਹੈ। ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕਹਿ ਰੰਗ। ਅਸੀਂ ਘਰ ਤੋਂ ਨਿਕਲੇ ਆ ਸਵੱਛ ਵਸਤਰ ਪਹਿਨ ਕੇ, ਸਾਡੇ ਘਰ ਆ ਕੇ ਜਦੋਂ ਅਸੀਂ ਹੱਥ ਧੋਨੇ ਆ ਤੇ ਕਿੰਨੀ ਸਾਰੀ ਮੈਲ ਹੱਥਾਂ ਚੋਂ ਚੋ ਕੇ ਹੇਠਾਂ ਡਿੱਗਦੀ ਸਾਨੂੰ ਨਜ਼ਰ ਆਉਂਦੀ ਹੈ। ਅਸੀਂ ਕਿਤੇ ਜ਼ਮੀਨ ਤੇ ਛੂਏ ਨਹੀਂ, ਅਸੀਂ ਕਿਸੇ ਗੰਦੀ ਚੀਜ਼ ਨੂੰ ਵੀ ਪਕੜਿਆ ਨਹੀਂ, ਪਰ ਕਮਾਲ ਇਹ ਕਿ ਬਾਹਰ ਵਿਚਰਦਿਆਂ ਹੀ ਸਾਡੇ ਸਰੀਰ ਤੇ ਹੱਥਾਂ ਤੇ ਪੈਰਾਂ ਤੇ ਮੈਲ ਚੜ ਗਈ। ਉਹਨੂੰ ਅਸੀਂ ਧੋਤਾ ਔਰ ਸਾਡੇ ਸਾਹਮਣੇ ਉਹ ਮੈਲ ਚੋ ਕੇ ਜ਼ਮੀਨ ਤੇ ਡਿੱਗਦੀ ਨਜ਼ਰ ਆਉਂਦੀ ਹੈ। ਕੱਪੜਿਆਂ ਚੋਂ ਮੈਲ ਨਿਕਲੀ ਤੇ ਬਾਹਰ ਪਾਣੀ ਵਿੱਚ ਵਹਿ ਗਈ। ਪਰ ਜਦੋਂ ਮਨ ਮੈਲਾ ਹੋ ਜਾਏ, ਮਤ ਮੈਲੀ ਹੋ ਜਾਏ ਤੇ ਫਿਰ ਕੀ ਕਰਨਾ ਪਏਗਾ? ਹੁਣ ਇਹ ਪਾਣੀ ਤੇ ਲੋਕਾਂ ਨੇ ਧੋਣ ਦਾ ਯਤਨ ਕੀਤਾ ਵੀ ਮਨ ਮੈਲਾ, ਪਾਣੀ ਤੇ ਧੋਵੋ। ਹੁਣ ਬਾਹਰ ਮੈਲ ਏ ਤੇ ਬਾਹਰ ਦਾ ਪਾਣੀ ਧੋਏਗਾ, ਤੇ ਜੇ ਮੈਲ ਅੰਦਰ ਏ ਤੇ ਫਿਰ ਪਾਣੀ ਵੀ ਤੇ ਕੋਈ ਅੰਦਰਲਾ ਚਾਹੀਦਾ ਹੈ। ਬਸ ਇੱਥੇ ਆ ਕੇ ਮਨੁੱਖ ਭਟਕ ਗਏ। ਉਹ ਕਿਹੜਾ ਜਲ ਏ ਜਿਹੜਾ ਅੰਦਰ ਦੀ ਮੈਲ ਨੂੰ ਧੋਏਗਾ? ਬਾਹਰ ਕੋਈ ਵੀ ਚੀਜ਼ ਮੈਲੀ ਹੋ ਜਾਏ, ਸਾਡਾ ਫਰਸ਼ ਮੈਲਾ ਹੋ ਜਾਏ, ਇਹਨੂੰ ਸਰਫ ਪਾ ਕੇ ਅਸੀਂ ਧੋ ਲੈਨੇ। ਸਾਡੇ ਘਰ ਦੀ ਕੋਈ ਵੀ ਵਸਤੂ ਮਲੀਨ ਨਜ਼ਰ ਆਵੇ ਤੇ ਉਹਨੂੰ ਅਸੀਂ ਧੋਨੇ ਆ। ਤੁਹਾਡੀ ਕਾਰ ਗੰਦੀ ਹੋ ਗਈ, ਅਸੀਂ ਵਾਸ਼ ਕਰਵਾਉਣ ਵਾਸਤੇ ਲੈ ਗਏ, ਸਰਵਿਸ ਸਟੇਸ਼ਨ ਤੇ ਜਾ ਕੇ ਲਗਾਈ, ਉਹਨੇ ਪ੍ਰੈਸ਼ਰ ਮਾਰਿਆ, ਉਹਨੇ ਸਰਫ ਲਗਾਇਆ, ਫਲਾਂ ਕੀਤਾ, ਉਹਨੇ ਸਾਫ਼ ਕਰ ਦਿੱਤੀ। ਬਾਹਰ ਦੀ ਮੈਲ ਨੂੰ ਧੋਣ ਵਿੱਚ ਬਾਹਰ ਦਾ ਜਲ ਕਾਰਗਰ ਹੈ, ਕੋਈ ਸੰਸਾ ਨਹੀਂ। ਪਰ ਇੱਥੇ ਕੁਝ ਧਾਰਮਿਕ ਲੋਕਾਂ ਨੂੰ ਭਰਮ ਪੈਦਾ ਹੋ ਗਿਆ, ਉਹਨਾਂ ਨੇ ਅੰਦਰ ਨੂੰ ਧੋਣ ਲਈ ਵੀ ਬਾਹਰ ਦੇ ਜਲ ਦਾ ਹੀ ਇਸਤੇਮਾਲ ਕਰਨਾ ਆਰੰਭ ਕਰ ਦਿੱਤਾ। ਭੁਲੇਖਾ ਪੈ ਗਿਆ। ਤੋ ਜਦੋਂ ਮੈਲ ਅੰਦਰ ਏ ਤੇ ਫਿਰ ਅੰਦਰ ਦਾ ਪਾਣੀ ਵੀ ਚਾਹੀਦਾ। ਹੁਣ ਉਹ ਕਿੱਥੋਂ ਆਏ? ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬੜੇ ਕੀਮਤੀ ਬਚਨ ਨੇ ਜਿਨ੍ਹਾਂ ਵਿੱਚ ਸਾਹਿਬ ਕਹਿੰਦੇ ਨੇ, ਅੰਤਰ ਖੂਹਟਾ ਅੰਮ੍ਰਿਤ ਭਰਿਆ, ਭਰਿਆ ਪਿਆ। ਕਾਹਦਾ? ਅੰਮ੍ਰਿਤ ਦਾ ਜਲ, ਨਾਮ ਜਲ, ਵਾਹਿਗੁਰੂ ਦੀ ਸਿਫਤ ਸਲਾਹ ਦਾ ਸੋਮਾ ਅੰਦਰ ਪਿਆ ਹੈ। ਪਰਦਾ ਪਿਆ, ਢੱਕਿਆ ਹੋਇਆ ਹੈ, ਬਸ ਪਰਦਾ ਉਠਾਉਣ ਦੀ ਲੋੜ ਹੈ, ਉਹ ਪ੍ਰਗਟ ਹੋ ਜਾਏ। ਅੰਤਰ ਖੂਹਟਾ ਅੰਮ੍ਰਿਤ ਭਰਿਆ, ਪਰ ਸਾਹਿਬ ਕਹਿੰਦੇ ਸ਼ਬਦੈ ਕਾਢ ਪੀਐ ਪਨਹਾਰੀ। ਅਗਰ ਇਹਨੂੰ ਕੱਢਣਾ ਤੇ ਸ਼ਬਦ ਦੀ ਲੱਜ ਵਹਾਣੀ ਪੈਗੀ। ਤਾਈਓ ਤੇ ਆਪਾਂ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨੇ ਆ
कि शायद कदे ना कदे ऐसा हो सके कि असी बाहरी कर्म कांडां तो निजात पा के कदे अंदर नूं शब्द दी लज वहाईए ते अपने अंदर दे खूह विचों जल भरीए, कदे उन्हों लौट के फिर कन्नां दे कटोरियां चों सिंजीए ते जदों ये साडी रसना तो शब्द बन के सिफत दे बोल कन्नां दे कटोरियां चों भर के पीआंगे, इन्हां लौट के फिर साडे उत्ते मन दे डुलना है। और जिवें ये अमृत शब्द सिफत सलाह साडे मन ते डुलेगी, इस मन दी मैल नूं धोना आरंभ कर देगी। ते साहब ने अमृत बाणी च आखिया, मन मैला विकार, विकारां नाल मन मैला, बाहर दी मैल नाल तन मैला हुंदा है, हथ मैले हुंदे ने, पैर मैले हुंदे ने, बस्तर मैले हुंदे ने, पर मन साडे विचारां दे तहत मैला हुंदा है। और गुरु की संगत ये तन तां असीं 5 घंटे 6 घंटे 10 घंटे 15 घंटे बाजार विच गए ते तन मैला हो गया। तन कुछ करदा है तां भी मैला हो जाता है, तन कुछ ना भी करे, तुसीं बस्तर पहन के अपने घर विच आराम नाल बैठ जाओ तो 5 7 10 घंटिया बाद तुहाडे तन नूं धोण दी ते बैठिया बिठाया ही बस्त्रां नूं धोण दी जरूरत पै जाएगी, बैठिया ही मैले हो जाने ने। तन बैठा भी रवे ते तां भी तन मैला हो जाता है। ये मन तां बाबरा कदे बैठदा ही नहीं, इहदी हालत की होवेगी? ये तां कदे टिकदा ही नहीं, ये तां दिन रात भ्रमण करता है और छिन छिन भरमदा है। जेड़ा कदे टिकदा ही नहीं, उहदे उत्ते मैल किन्नी क चढ़ेगी, असीं अनुमान ला के देखिए। तो मैं अर्ज कर रहा सी, बाहर दियां वस्तुआं नूं बाहर दे पानी नाल धोता जा सकता है। अज जदों किते किसे नूं कोई दुख होवे, कोई पीड़ा व्यापे, रोग सोग व्यापे, काया किसे दी दुखी है ते 4 संबंधी सज्जन मित्र भैन भाई इकट्ठे होके आ गए, उन्होंने आके घड़ी क दुख सुख फरोलिया ते चले गए, पर दुखी ते बेचारा दुखी ही रह गया ना, क्योंकि उहदे अंदर जिहड़ा दर्द है वो संबंधियां दे आउण नाल मिटना नहीं। बंदा कहंदा कुछ समय लई राहत मिल गई, बस इसे तरह धर्म दी दुनिया विच मनुख कदे कदे मन नूं धोण लई जदों बाहरी कर्मां दा इस्तेमाल करदा है ना, जिहड़ा दुख जिहड़ी पीड़ा इस नूं व्यापीए, शायद साडे बोल उस नूं शांत कर सकण। मैं दोहरा दियां, बाहरी संबंधी दुख ते इकट्ठे हुंदे ने, पर पलक घड़ी क छिनक उन्हां दे शब्दां नाल सानू राहत महसूस हुंदी है। पर गुरु की संगत जी, जदों संबंधी लौट गए ते जिन्हों दुख है उहदा दुख उस तरह बनिया रहिंदा है। इसे तरह बंदा धर्म की दुनिया दे विच कुछ कर्म बाहरी करदा है, और असी कदे कदे नितनेम नूं कर्म कांड की तरह भी करते हैं। मन धुपे किवें? कर्म कांड की है? कर्म कांड है जिस कर्म करन नाल सानू आत्मक मुनाफा ना होवे। कर्म कांड का आखिरी अर्थ की करोगे? कर्म कांड कोई पखंड नहीं है। कर्म कांड की है? जेड़ा कर्म करन दे नाल सानू अंतर आत्मे कोई लाभ ना होवे, उहदा नाम कर्म कांड है। वो भावें सिख कर रहा है ते भावें कोई अनधर्मी कर रहा है। हुण कदे कदे असीं कर्म कांड करने हैं, मैं तो बेनती करदा हुन्ना भी जे इत्मीनान नाल तुहाडे कोल वक्त ना होवे टिक के बैठण दा, ते काले काले विच तुसां ने जपजी साहिब दी बाणी पढ़ के फाहे नहीं वड्डणे भी बाणी पढ़नी है। असां ते सानू हुक्म है जी 5 बाणियां दा नितनेम करना है। भज्जे जांदे तुरे जांदे दिमाग किते होर है, जुबान कुछ कह रही है, तन कुछ कर रहा है, पढ़ी जा रहे हैं बाणी। ये की बन गया? ये कर्म कांड बन गया। बाणी पढ़दा भी मनुख कर्म कांडी हो जाता। क्यों? क्योंकि दौड़दा होया पढ़ रहा है। तुसीं कदे भोजन छको, स्वादला भोजन तुहाडे सामने है, गराही मुख विच पाई है, बड़ा स्वाद लग रहा है, पर अचानक सानू कोई टैलीफोन आउंदा है और खबर आई कि आपां फलाने थां बहुत जल्द जरूरी जाना है, कोई हादसा वापर गया किसी जान पछाण वाले जां किसी संबंधी दे घर। साडी रोटी दी बुरकी दा जिहड़ा स्वाद सी, साडी रसना चख रही सी, वो स्वाद गया।
ਅਸੀਂ 2-4 ਬੁਰਕੀਆਂ ਮੋਟੀਆਂ ਮੋਟੀਆਂ ਕਰਕੇ ਅੰਦਰ ਸੁੱਟੀਆਂ ਤੇ ਕਾਲੇ ਕਦਮਾਂ ਦੇ ਨਾਲ ਤਿਆਰ ਹੋਏ, ਭੱਜਦੇ, ਕੋਈ ਚੀਜ਼ ਇੱਧਰ ਪਈ ਕੋਈ ਇੱਧਰ ਪਈ, ਦੌੜਦੇ ਹੋਏ ਅਸੀਂ ਆਪਣਾ ਵਾਹਨ ਲਿਆ ਤੇ ਜਲਦ ਉੱਥੇ ਪਹੁੰਚ ਗਏ। ਤੇ ਮਗਰੋਂ ਜਦੋਂ ਲੌਟ ਕੇ ਘਰ ਆ ਗਏ, ਸਵਾਣੀ ਪੁੱਛਦੀ ਹੈ ਵੀ ਭੋਜਨ ਸਵਾਦ ਸੀ? ਸਹਿਜੇ ਜੈ ਕਹਿੰਦਾ ਭੋਜਨ ਸਵਾਦ ਹੋਵੇਗਾ ਪਰ ਮੈਨੂੰ ਕੋਈ ਨਹੀਂ ਆਇਆ। ਪੁੱਛਿਆ ਵੀ ਕਿਉਂ ਨਹੀਂ ਆਇਆ? ਕਿਉਂਕਿ ਮਨ ਉਤਾਵਲਾ ਹੋ ਗਿਆ। ਗੁਰਬਾਣੀ ਨੂੰ ਜਦੋਂ ਵੀ ਪੜ੍ਹਨਾ ਹੈ, ਗੁਰਬਾਣੀ ਨੂੰ ਜਦੋਂ ਵੀ ਵਾਚਣਾ ਹੈ ਤਾਂ ਉਸ ਵਕਤ ਬੜਾ ਟਿਕਾਓ, ਬੜਾ ਸਹਿਜ, ਬੜਾ ਧੀਰਜ ਸਾਡੇ ਅੰਦਰ ਚਾਹੀਦਾ ਹੈ। ਤੂੰ 5 ਬਾਣੀਆਂ ਦੇ ਨਿਤਨੇਮ ਦੀ ਥਾਵੇਂ ਇੱਕ ਬਾਣੀ ਦਾ ਜਾਪ ਕਰ, ਪਰ ਇੰਨਾ ਸਹਿਜ ਨਾਲ ਕਰ ਕਿ ਤੇਰੇ ਅੰਦਰ ਦੀ ਮੈਲ ਨੂੰ ਧੋਣ ਵਿੱਚ ਸਮਰੱਥ ਹੋ ਸਕੇ। ਪਰ ਅਸੀਂ ਕਹਿੰਦੇ 5 ਪੜਾਂਗੇ, 7 ਪੜਾਂਗੇ, 10 ਬਾਣੀਆਂ ਪੜਾਂਗੇ, 20 ਬਾਣੀਆਂ ਦਾ ਪਾਠ ਕਰਾਂਗੇ। ਕਰੋ ਜਿੰਨਾ ਦਿਲ ਕਰਦਾ ਹੈ, ਪਰ ਮਨ ਤੇ ਫਿਰ ਵੀ ਮੈਲਾ ਹੀ ਰਹੇਗਾ। ਇਹ ਤਾਂ ਸ਼ਵਾਸ ਨਹੀਂ ਹੋ ਰਿਹਾ। ਇਹਦੀ ਸ਼ੁੱਧਤਾ ਕਿਉਂ ਨਹੀਂ ਹੋ ਰਹੀ? ਇਹਦਾ ਮੁੱਖ ਕਾਰਨ ਹੈ ਕਿ ਅਸੀਂ ਜਿੰਨਾ ਸਮਾਂ ਟਿਕਾਓ ਨਾਲ ਬੈਠ ਕੇ ਬਾਣੀ ਦਾ ਜਾਪ ਨਹੀਂ ਕਰਾਂਗੇ ਤਾਂ ਸਾਡੇ ਮਨ ਨੂੰ ਗੁਰਬਾਣੀ ਦਾ ਸਵਾਦ ਆਉਣਾ ਨਹੀਂ ਤੇ ਮਨ ਨੇ ਆਪਣੀਆਂ ਮਾੜੀਆਂ ਅਲਾਮਤਾਂ ਛੱਡਣੀਆਂ ਨਹੀਂ। ਜਦੋਂ ਗੁਰਬਾਣੀ ਦਾ ਸਵਾਦ ਮਨ ਚੱਖੇਗਾ ਤਾਂ ਇਹ ਭੈੜੀਆਂ ਆਦਤਾਂ ਨੂੰ ਆਪਣੇ ਆਪ ਛੱਡ ਦੇਗਾ। ਇਸ ਤਰ੍ਹਾਂ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ। ਤੇ ਰੰਗ ਦਾ ਕੀ ਅਰਥ ਹੈ? ਰੰਗ ਦਾ ਅਰਥ ਹੈ ਪ੍ਰੇਮ। ਇੱਥੇ ਰੰਗ ਦਾ ਅਰਥ ਨੀਲਾ, ਪੀਲਾ, ਕਾਲਾ, ਹਰਾ ਨਹੀਂ। ਇੱਥੇ ਰੰਗ ਦਾ ਅਰਥ ਹੈ ਪ੍ਰੇਮ। ਜਦੋਂ ਅਸੀਂ ਸੱਚੇ ਨਿਰੰਕਾਰ ਦੀ ਸਿਫਤ ਸਲਾਹ ਦੀ ਬਾਣੀ ਨਾਲ ਆਪਣੇ ਮਨ ਦਾ ਪ੍ਰੇਮ ਪੈਦਾ ਕਰਾਂਗੇ ਤੇ ਪ੍ਰੇਮ ਨਾਲ ਇਸ ਮਨ ਦੀ ਮੈਲ ਧੋਤੀ ਜਾਣੀ ਹੈ। ਜਿੰਨਾ ਚਿਰ ਗੁਰਬਾਣੀ ਨੂੰ ਪ੍ਰੇਮ ਨਾਲ, ਸਨੇਹ ਨਾਲ ਨਹੀਂ ਪੜ੍ਹਿਆ, ਉਹਨਾਂ ਚਿਰ ਇਸ ਮਨ ਦੀ ਮੈਲ ਧੁੱਪਣੀ ਨਹੀਂ। ਭਾਵੇਂ ਤੂੰ ਲੱਖ ਅਸਥਾਨਾਂ ਤੇ ਜਾ ਕੇ ਨਤਮਸਤਕ ਹੋ ਜਾ, ਸੀਸ ਝੁਕਾ, ਸਿਜਦੇ ਕਰ, ਮੱਥੇ ਟੇਕ, ਇਹ ਮੱਥਾ ਟੇਕਦਿਆਂ ਟੇਕਦਿਆਂ ਘਸ ਜਾਏਗਾ ਪਰ ਤੇਰੇ ਮਨ ਦੀ ਮੈਲ ਨਹੀਂ ਉਤਰਨੀ। ਅੰਮ੍ਰਿਤ ਬਾਣੀ ਵਿੱਚ ਕਿਹਾ ਸੀ ਨਾ ਸਾਹਿਬ ਨੇ, ਮਨ ਕੀ ਮੈਲ ਨਾ ਉਤਰੈ ਇਹ ਬਿਦ, ਜੇ ਲੱਖ ਯਤਨ ਕਰਾਏ। ਮਨ ਮੈਲਾ ਵਿਕਾਰ, ਮਨ ਵਿਕਾਰਾਂ ਨਾਲ ਮੈਲਾ ਹੈ। ਬਾਹਰੀ ਤਨ, ਬਾਹਰੀ ਬਸਤਰ, ਬਾਹਰ ਦੀ ਮੈਲ ਨਾਲ ਮੈਲੇ ਹੋਏ, ਪਰ ਮਨ ਸਾਡੇ ਅੰਦਰੋਂ ਉੱਠੇ ਵਿਚਾਰਾਂ ਤੋਂ ਮੈਲਾ ਹੋਇਆ ਹੈ। ਵਿਚਾਰ ਬਾਹਰੋਂ ਨਹੀਂ ਆਉਂਦੇ, ਬਾਹਰੋਂ ਸਿਰਫ ਸੰਕੇਤ ਮਿਲਦਾ, ਬਾਹਰੋਂ ਸੰਕੇਤ ਮਿਲਦਾ ਹੈ। ਕਿਸੇ ਚੀਜ਼ ਨੂੰ ਅਸਾਂ ਨੇ ਦੇਖਿਆ, ਸਾਡਾ ਮਨ ਪ੍ਰਭਾਵਿਤ ਹੋਇਆ, ਸਾਡੇ ਮਨ ਨੇ ਉਹਦੇ ਸੰਬੰਧ ਵਿੱਚ ਚੰਗਾ ਮੰਦਾ ਸੋਚਣਾ ਆਰੰਭ ਕਰ ਦਿੱਤਾ। ਬਾਹਰੋਂ ਸੰਕੇਤ ਮਿਲੇ, ਮਨ ਪ੍ਰਭਾਵਿਤ ਹੋ ਗਿਆ, ਬਾਹਰ ਕੁਝ ਵੀ ਨਹੀਂ। ਅਸਲ ਵਿੱਚ ਸਾਰੀ ਖੇਡ ਤੇਰੇ ਅੰਦਰ ਦੀ ਏ। ਅੰਦਰੋਂ ਹੀ ਪਾਪ ਹੈ, ਅੰਦਰ ਹੀ ਪੁੰਨ ਹੈ, ਅੰਦਰ ਹੀ ਧਰਮ ਹੈ, ਅੰਦਰ ਹੀ ਅਧਰਮ ਹੈ। ਇਹ ਬਾਹਰੀ ਬੰਦਾ ਜਿਹੜੇ ਦੋਸ਼ ਦਿੰਦਾ ਨਾ, ਕਈ ਵਾਰ ਮੈਂ ਨੌਜਵਾਨਾਂ ਨੂੰ ਵੇਖਣਾ, ਕਈ ਵਾਰ ਮਾਪਿਆਂ ਨੂੰ ਵੀ ਦੇਖਦੇ ਆ, ਉਹਨਾਂ ਦੀ ਜ਼ੁਬਾਨ ਦੇ ਬੋਲ ਹੁੰਦੇ ਨੇ ਜੀ, ਸਾਡਾ ਬੇਟਾ, ਸਾਡਾ ਬੱਚਾ ਤਾਂ ਨਸ਼ਿਆਂ ਵਾਲਿਆਂ ਨੇ ਬਰਬਾਦ ਕਰ ਦਿੱਤਾ ਹੈ। ਮੈਨੂੰ ਕਿਉਂ ਨਹੀਂ ਕੋਈ ਕਰ ਦਿੰਦਾ? ਤੁਹਾਨੂੰ ਕਿਉਂ ਨਹੀਂ ਕੋਈ ਕਰ ਦਿੰਦਾ? ਤੁਹਾਡੇ ਜ਼ਬਰੀ ਨਸ਼ਾ ਕੋਈ ਮੂੰਹ ਵਿੱਚ ਕਿਉਂ ਨਹੀਂ ਠੂਸ ਦਿੰਦਾ? ਓਏ ਨਹੀਂ, ਜਿਸ ਨੇ ਨਸ਼ਾ ਸੇਵਨ ਕੀਤਾ ਹੈ, ਜਿਹਨੇ ਬਾਜ਼ਾਰ ਚੋਂ ਖਰੀਦ ਕੇ ਉਹਦਾ ਇਸਤੇਮਾਲ ਕੀਤਾ ਹੈ, ਇਹਦਾ ਮਤਲਬ ਉਹਦਾ ਮਨ ਅੰਦਰੋਂ ਲਲਚਾਇਆ ਤੇ ਤਾਂ ਉਹ ਕਿਸੇ ਦੇ ਕੋਲ ਬਹਿ ਕੇ ਉਹ ਨਸ਼ਿਆਂ ਦਾ ਆਦੀ ਹੋ ਗਿਆ। ਕਿਉਂ ਇਹ ਦੋਖ ਲੱਗਿਆ? ਕਿਉਂਕਿ ਅੰਦਰੋਂ ਮਨ ਵਿੱਚੋਂ ਉਹਦੇ ਵਿਚਾਰ ਉੱਠਿਆ। ਤੁਹਾਨੂੰ ਕਿਉਂ ਨਹੀਂ ਕੋਈ ਪਿਲਾ ਦਿੰਦਾ ਜ਼ਬਰਦਸਤੀ? ਤੁਹਾਨੂੰ ਕਿਉਂ ਨਹੀਂ ਖਿਲਾ ਦਿੰਦਾ ਕੋਈ ਜ਼ਬਰਦਸਤੀ? ਜਿਸ ਵਕਤ ਲੋਕ ਅਲਾਮਤਾਂ ਦੇ ਸ਼ਿਕਾਰ ਹੁੰਦੇ ਨੇ ਤੇ ਉਸੇ ਵੇਲੇ ਉਲਾਮਾ ਦੂਜਿਆਂ ਨੂੰ ਦੇਣਾ ਆਰੰਭ ਕਰਦੇ ਨੇ। ਇਹ ਦੋਸ਼ ਦੂਜਿਆਂ ਨੂੰ ਦੇਣਾ ਬੰਦ ਕਰ ਸੱਜਣਾ। ਦੋਸ਼ੀ ਹੋਣਗੀਆਂ ਸਰਕਾਰਾਂ, ਦੋਸ਼ੀ ਹੋਣਗੇ ਨਸ਼ਿਆਂ ਦੇ ਵਪਾਰੀ, ਪਰ ਉਸ ਤੋਂ ਵੱਡਾ ਦੋਸ਼ੀ ਉਹ ਵੀ ਹੈ ਜਿਹੜਾ ਨੌਜਵਾਨ ਉਹਨਾਂ ਨੂੰ ਬਾਹਰੋਂ ਦੇਖ ਕੇ ਪ੍ਰਭਾਵਿਤ ਹੋਇਆ। ਉਹ ਜੇ ਗੁਰਬਾਣੀ ਨਾਲ ਮਨ ਜੋੜਿਆ ਹੁੰਦਾ ਤੇ ਇਹ ਅਲਾਮਤ ਕਦੇ ਨਾ ਲੱਗਦੀ। ਗੁਰਬਾਣੀ ਨੇ ਕਹਿ ਦੇਣਾ ਸੀ, ਇਤ ਮਦ ਪੀਤੈ ਨਾਨਕਾ ਬਹੁਤੇ ਖਟੀਆਂ ਵਿਕਾਰ।
ਗੁਰਬਾਣੀ ਨੇ ਸਮਝਾ ਦੇਣਾ ਸੀ, ਇਹਨੇ ਰੁਕ ਜਾਣਾ ਸੀ। ਪਰ ਕਦੇ ਗੁਰਬਾਣੀ ਨੂੰ ਇਤਮਨਾਨ ਨਾਲ, ਸ਼ਰਧਾ ਨਾਲ, ਭਾਵਨਾ ਨਾਲ, ਨਿਸ਼ਚੇ ਨਾਲ ਜੇ ਜਪਿਆ ਹੁੰਦਾ ਤੇ ਸੱਚਮੁੱਚ ਇਹ ਗੁਰਬਾਣੀ ਤੇਰੇ ਮਨ ਦੀ ਮੈਲ ਨੂੰ ਧੋ ਦਿੰਦੀ। ਮਨ ਦੀ ਮੈਲ ਕਿਉਂ ਨਹੀਂ ਧੁੱਪੀ? ਕਿਉਂਕਿ ਗੁਰਬਾਣੀ ਪੜ੍ਹਨ ਦਾ ਅਜੇ ਤਰੀਕਾ ਹੀ ਨਹੀਂ ਆਇਆ ਸਾਨੂੰ। ਪੜ੍ਹਦੇ ਬਹੁਤ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਸੰਸਾ ਨਹੀਂ, ਬਾਣੀ ਦਾ ਜਪ ਬਹੁਤ ਹੁੰਦਾ। ਔਰ ਮੈਂ ਤੇ ਇਹ ਵੀ ਬੇਨਤੀ ਕਰਦਾ ਹੁੰਨਾ ਵੀ ਜਦੋਂ ਗੁਰੂ ਨਾਨਕ ਸਾਹਿਬ ਸਰੀਰਕ ਜਾਮੇ ਵਿੱਚ ਵਿਚਰਦੇ ਸਨ ਨਾ, ਇੰਨੀ ਬਾਣੀ ਨਹੀਂ ਸੀ ਪੜ੍ਹਦੇ ਸਿੱਖ, ਪਰ ਬ੍ਰਹਮ ਗਿਆਨੀ ਬੜੇ ਹੁੰਦੇ ਸੀ। ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ, ਭਾਈ ਭਗਤੂ ਵਰਗੇ ਬ੍ਰਹਮ ਗਿਆਨੀ, ਭਾਈ ਭਗੀਰਥ ਵਰਗੇ ਬ੍ਰਹਮ ਗਿਆਨੀ, ਅਲਮਸਤ ਵਰਗੇ ਬ੍ਰਹਮ ਗਿਆਨੀ, ਗਿਣਤੀ ਕਰੀ ਜਾਓ, ਕੋਈ ਇੱਕ ਅੱਧ ਥੋੜਾ ਹੈ। ਅੱਜ ਤੁਸੀਂ ਦੁਨੀਆ 'ਚ ਲੱਭ ਕੇ ਦਿਖਾਓ, ਲੱਭਦੇ ਨੇ? ਢੂੰਡਿਆਂ ਵੀ ਫਰੋਲਿਆਂ ਵੀ ਨਹੀਂ ਲੱਭਦੇ। ਪੁਰਾਤਨ ਸਮੇਂ ਵਿੱਚ ਜਿੰਨੇ ਗੁਰਸਿੱਖ ਭਗਤ ਜਨ ਤਪਸਵੀ ਹੋਏ, ਇਹ ਮੁੱਖ ਕਾਰਨ ਕੀ ਸੀ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਵਕਤ ਬੇਸ਼ੱਕ ਬਾਣੀ ਘੱਟ ਪੜ੍ਹੀ ਜਾਂਦੀ ਸੀ, ਪਰ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ ਮਨੁੱਖ ਟਿਕਾਓ ਨਾਲ, ਸਥਿਰਤਾ ਨਾਲ ਪੜ੍ਹਦਾ ਸੀ। ਕਿਉਂਕਿ ਅੱਜ ਬੰਦੇ ਕੋਲ ਟਾਈਮ ਨਹੀਂ ਔਰ ਮੋਬਾਈਲ ਫੋਨ ਦੇ ਵਿੱਚੋਂ ਹੀ ਬਾਣੀ ਪੜ੍ਹਦਾ, ਇਹਨੂੰ ਰਸ ਕਿੱਥੋਂ ਆਵੇ? ਕਹਿੰਦਾ ਤੇ ਹੈ ਕਿ ਗੁਰੂ ਗ੍ਰੰਥ ਸਾਹਿਬ ਮੈਂ ਵਿੱਚ ਫੀਡ ਕਰਕੇ ਰੱਖੇ ਨੇ, ਪੂਰੇ ਗੁਰੂ ਗ੍ਰੰਥ ਸਾਹਿਬ ਅਰਥਾਂ ਸਮੇਤ ਰੱਖੇ ਨੇ। ਚੰਗੀ ਗੱਲ ਹੈ, ਬਿਲਕੁਲ ਨਾ ਕਰਨ ਨਾਲੋਂ ਇਹ ਵੀ ਚੰਗੀ ਗੱਲ ਹੈ, ਬੁਰੀ ਨਹੀਂ। ਮੈਂ ਨਹੀਂ ਕਹਿੰਦਾ ਕਿ ਨਾ ਕਰੋ, ਪਰ ਜੇ ਕਿਤੇ ਤੁਸੀਂ ਟਿਕਾਓ ਨਾਲ ਬਹਿ ਕੇ ਗੁਰਬਾਣੀ ਦਾ ਜਾਪ ਕਰ ਸਕੋ ਤੇ ਉਹਦਾ ਆਨੰਦ ਇਸ ਤਰ੍ਹਾਂ ਦਾ ਹੋਵੇਗਾ, ਜਦੋਂ ਕਿਤੇ ਸਾਡੇ ਕੋਲ ਵਕਤ ਹੋਵੇ, ਕਿਸੇ ਪਾਰਟੀ ਵਿੱਚ, ਕਿਸੇ ਸਮਾਗਮ ਵਿੱਚ ਬੈਠੇ ਹੋਈਏ, ਤੇ ਜਿਹੜਾ ਸਵਾਦ ਉਦੋਂ ਭੋਜਨ ਛਕਣ ਦਾ ਆਉਂਦਾ ਹੈ, ਉਹ ਆਪਣੀ ਦੁਕਾਨ ਤੇ ਕੰਮ ਕਾਜ ਕਰਦਿਆਂ ਛਕਣ ਦਾ ਨਹੀਂ ਆਉਂਦਾ। ਤੁਸੀਂ ਦੁਕਾਨ ਤੇ ਬਹਿ ਕੇ ਭੋਜਨ ਛਕੋ, ਧਿਆਨ ਤੁਹਾਡਾ ਗ੍ਰਾਹਕਾਂ 'ਚ ਹੋਏਗਾ ਵੀ ਇਹ ਨਿਕਲ ਨਾ ਜਾਏ, ਮੈਂ ਫਟਾਫਟ ਛਕ ਲਵਾਂ। ਗੁਰਬਾਣੀ ਦਾ ਜਾਪ ਕਰਨ ਵਕਤ ਸਿੱਖਾ, ਜੇ ਮਨ ਨੂੰ ਸੱਚਮੁੱਚ ਧੋਣਾ ਚਾਹੁੰਨਾ, ਤੇਰੇ ਅੰਦਰ ਚਾਹੋ ਆ ਕਿ ਮੇਰਾ ਮਨ ਮੈਲਾ ਹੈ, ਮੈਂ ਇਸ ਮਨ ਨੂੰ ਪਾਵਨ ਪਵਿੱਤਰ ਕਰਨਾ ਹੈ, ਤਾਂ ਫਿਰ ਗੁਰਬਾਣੀ ਨੂੰ ਜਪਣ ਦੀ ਜੁਗਤ ਸਿੱਖ। ਇਹ ਗੁਰਬਾਣੀ ਸਹਿਜ ਦੀ ਹੈ, ਇਹ ਸਹਿਜ ਦੇ ਘਰ ਵਿੱਚੋਂ ਆਈ ਹੈ, ਤੇ ਜਿੰਨਾ ਚਿਰ ਤੇਰੇ ਅੰਦਰ ਸਹਿਜ ਨਹੀਂ ਹੋਵੇਗਾ, ਤੇਰੇ ਹਿਰਦੇ ਦੇ ਆਸਣ ਤੇ ਇਹਨੇ ਨਹੀਂ ਹੋ ਬਹਿਣਾ, ਤੇ ਅੰਦਰ ਬੈਠੇਗੀ ਨਹੀਂ, ਤੇ ਮਨ ਦੀ ਮੈਲ ਉਤਰੇਗੀ ਨਹੀਂ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਗੁਰੂ ਕੀ ਸੰਗਤ। ਇੱਕ ਪੁਰਸ਼ ਹੋਇਆ ਸੰਤ ਅਗਸਤੀਨ, ਮਾਰਕ ਟਵੇਨ ਨੇ ਉਹਦੀ ਕਹਾਣੀ ਲਿਖੀ ਹੈ, ਬੜੀ ਪਿਆਰੀ। ਉਹ ਕਹਿੰਦਾ ਵੀ ਕਿਸੇ ਸ਼ਰਧਾਲੂ ਨੇ ਬੜੇ ਪਿਆਰ ਨਾਲ ਆ ਕੇ ਉਸ ਸਤਿਪੁਰਸ਼ ਦੇ ਕੋਲੋਂ ਪੁੱਛਿਆ ਵੀ ਵਕਤ ਮੇਰੇ ਕੋਲ ਜ਼ਿਆਦਾ ਨਹੀਂ, ਵਕਤ ਤੁਹਾਡਾ ਵੀ ਬੜਾ ਕੀਮਤੀ ਹੈ ਤੇ ਮੈਂ ਜ਼ਾਇਆ ਨਹੀਂ ਕਰਨਾ ਚਾਹੁੰਦਾ, ਮੈਨੂੰ 2 ਸ਼ਬਦਾਂ ਵਿੱਚ ਧਰਮ ਦੀ ਪਰਿਭਾਸ਼ਾ ਦੱਸੋ, ਜੀਵਨ ਦੀ ਜੁਗਤੀ ਕੀ ਹੈ? ਧਰਮ ਦੀ ਪਰਿਭਾਸ਼ਾ ਹੈ ਜੀਵਨ ਦੀ ਜੁਗਤ। ਜੀਵਨ ਦੀ ਜੁਗਤੀ ਕੀ ਹੈ? ਉਹਨਾਂ ਨੇ ਆਖਿਆ ਵੀ ਬਚਨ ਤੇ ਬੜੇ ਨੇ, ਬੋਲ ਤੇ ਬੜੇ ਨੇ, ਘੰਟਿਆਂ ਬੱਧੀ ਵਿਆਖਿਆ ਕਰ ਸਕਦਾ ਜੀਵਨ ਜੁਗਤ ਦੀ, ਪਰ ਜੇ ਰਮਜ਼ ਲੈਣੀ ਹੈ, ਸੱਚਮੁੱਚ ਸ਼ਰਧਾਲੂ ਬਣ ਕੇ ਆਇਆ ਤੇ ਇਹ ਧਰਮ ਦੀ ਇੱਕੋ ਇੱਕ ਜੁਗਤ ਤੇ ਪ੍ਰੇਮ, ਬਸ ਇਸ ਸ਼ਬਦ ਨੂੰ ਆਪਣੇ ਹਿਰਦੇ 'ਚ ਪਰੋ ਲੈ, ਤੇ ਜਿੱਦਣ ਤੇਰੇ ਹਿਰਦੇ ਵਿੱਚ ਪ੍ਰੇਮ ਉਤਪੰਨ ਹੋ ਗਿਆ, ਉਸ ਦਿਨ ਦੁਨੀਆ ਦਾ ਕੋਈ ਪਾਪ ਤੇਰੇ ਨੇੜੇ ਨਹੀਂ ਟੋਕ ਸਕਣਾ। ਕਬੀਰ ਸਾਹਿਬ ਨੇ ਕਿਉਂ ਆਖਿਆ ਸੀ? ਕਬੀਰ, ਸੰਤ ਨਾ ਛਾੜੈ ਸੰਤਈ, ਜਉ ਕੋਟਿਕ ਮਿਲੇ ਅਸੰਤ। ਕਰੋੜਾਂ ਅਸੰਤ ਮਿਲ ਜਾਣ ਤੇ ਸੰਤ ਆਪਣੀ ਸੰਤਤਾਈ ਨਹੀਂ ਛੱਡਦਾ। ਉਹਦਾ ਅਰਥ ਕੀ ਸੀ? ਉਹਦਾ ਮਨ ਟਿਕ ਗਿਆ, ਉਹਦੇ ਮਨ ਅੰਦਰ ਸਹਿਜ ਪੈਦਾ ਹੋ ਗਿਆ। ਪਰ ਗੁਰੂ ਕੀ ਸੰਗਤ, ਇਹ ਮਨ ਇਤਨਾ ਚੰਚਲ ਹੈ ਜਿਹੜਾ ਦਿਨ ਰਾਤ ਭ੍ਰਮਣ ਕਰਦਾ ਹੈ। ਮੈਂ ਇੱਕ ਸਵਾਲ ਕਰਾਂ ਆਪ ਜੀ ਦੇ ਕੋਲ, ਤੁਸੀਂ ਦੱਸੋਗੇ ਭਈ ਸਭ ਤੋਂ ਜ਼ਿਆਦਾ ਸਫ਼ਰ ਇਸ ਦੁਨੀਆ ਵਿੱਚ ਕਿਹਨੇ ਕੀਤਾ? ਕੋਈ ਕਹੇਗਾ ਗੁਰੂ ਨਾਨਕ ਸਾਹਿਬ ਨੇ ਪੈਦਲ ਚੱਲ ਚੱਲ ਕੇ ਬਹੁਤ ਲੰਬਾ ਸਫ਼ਰ ਕੀਤਾ ਹੈ। ਹੋਰ ਵੀ ਬੜੇ ਲੋਕ ਹੋਣਗੇ, ਰਮਤੇ ਸਾਧੂ, ਬੜਾ ਸਫ਼ਰ ਕੀਤਾ ਉਹਨਾਂ ਨੇ, ਕੋਈ ਸ਼ੱਕ ਨਹੀਂ। ਜਿਹੜੇ ਚੱਕਰਵਰਤੀ ਨਿਹੰਗ ਸਿੰਘ ਨੇ, ਪੈਦਲ ਚੱਲਦੇ ਰਹਿੰਦੇ, ਬੜਾ ਸਫ਼ਰ ਕਰਦੇ ਨੇ।
पर सब तो ज़्यादा सफ़र तुहाडे कोल रहन वाली एक हस्ती ने कीता है, जिहड़ी तुहाडे कोल हमेशा रहिंदी है। वो की है? तुहाडा मन। अमृत बाणी कहती है कि तेरा तन इन्ना सफ़र नहीं करता, तू इनू रोज़ धोना। तेरा तन इन्ना सफ़र नहीं करता, ये फिर रोज़ मैला हो जाता है। जरा जिहा मैला होवे ते धोण चल पैना है। ओए मन उत्ते तां इस मन को जन्म जन्म की इस मन को मल लागी, काला हुआ श्याह। साहब कहते इनू भी कदे धो लै, इनू एक जन्म दी नहीं, क्योंकि जन्म जन्म दे संस्कार तेरे मन दे उत्ते उकरी दे रहे और उन्हां दे प्रति तू कदे सुचेतता धारण ना कीती। क्योंकि परदे विच मन कहंदा तन ते दिसदा, लोग आखणगे मैले कपड़े पाई फिरदा है, ते गुरु दे सामने जदों आके बहना है ना, ते गुरु कहंदा ओ कमलिया विचारां दे मैले कपड़े आत्मा नूं पहनाई फिरदा। बावरा हो गया। तन दे कपड़े मैले होण, लोकां दे गल कहण तो ये गुरेज करदा कि लोग गल आखणगे ते बुरा लगेगा। वो तन दे कपड़े मैले नहीं पाने, ते जदों गुरु दे सामने आके बैठेगा, गुरु एक्सरे मशीन वर्गा है, उन्हें तेरे अंदर वेखना है, उन्हें तेरे बाहरले रंग नूं नहीं, तेरी चमड़ी नूं नहीं, तेरे कपड़ियां नूं नहीं, किस तरह दे पा के आया, किहो जिहे तन उत्ते बस्तर पहने, दस्तार किदां दी सजाई है, लिबास किदां दा पाया है, तू संतां वर्गा लगदा है, मनमुखा वर्गा गुरमुखा वर्गा किहो जिहा लगदा है। लिबास नहीं गुरु ने वेखना। वो कदे वेखदी है एक्सरे मशीन किसी का रंग गोरा है कि काला है? नहीं वेखदी ना। वो कदे देखदी है किहदे उत्ते चमड़ी ज्यादा, किहदे ते चर्बी ज्यादा है? नहीं देखदी ना। जिथे हड्डी विच फ्रैक्चर होया उत्थे देखदी है, अंदर देखदी है। वो जदों तू चल के गुरु दे कोल आउणा है ते गुरु ने तेरे बाहरी लिबास नूं नहीं वेखना, मैला पाया है जां तू पावन पाया है। मैं कई बार अर्ज की है संगत विच, अकाली कौर सिंह के संबंध विच, जिन्हां ने श्री गुरु ग्रंथ साहिब जी की बाणी का तुक तत्करा लिखिया। अज तो साडे कोल बड़े सारे साधन ने, अज उन्हां बेशक तुक तत्करियां की सानूं जरूरत ना पवे। अज साडे मोबाइल में सब कुछ असीं झटपट लभ लांगे, चंगी गल है, आसानी है। पर जदों ये साधन नहीं सन, अकाली कौर सिंह ने 20 साल लगातार मेहनत करके श्री गुरु ग्रंथ साहिब दे हर शब्द दी हर पंक्ति तो उन्होंने एक ग्रंथ तैयार किया, जिन्हों तुक तत्करे का नाम दिता गया। एक तुक याद होवे ते शब्द लभ जांदा सी, पहलों विद्वान उहदा ही इस्तेमाल करते सी। उन्हां दा जीवन पढ़िया, 20 साल अपने तन उत्ते एक ही कंबल पहन के रखे है। 20 साल उन्होंने वस्त्र नहीं बदले, इशनान कर लेंदे ते ओही अपने तन उत्ते पहन लेंदे, क्योंकि ध्यान तन विच नहीं सी ना जुड़िया। अज असीं तुरन तो पहला शीशे दे सामने खलो के सज्जे खब्बे देख तन नूं शिंगारदे हां। वो जदों गुरु दे द्वारे ते आए सज्जणा, कदे सज्जे खब्बे झात मारिया कर, मेरे तो उच्चे आचरण वाला बैठा है, मैं क्यों नहीं बनया? आ फलाना शिंगार करके आया, फलाना सज सवर के आया है, उहदे वल देख के ते गवांढी भी सवरे, फलां ते अज बड़ा जच के आया है, उहदे वल देख के जचण दा चाओ पैदा हो जाए। पर जदों कोई सवरिया होया नाम रसिया मिले, उहदे वल देख के तेरे मन च ख्याल क्यों नहीं पैदा हुंदा, मैं भी इदां दा बन जावां? गुरु की संगत मन मैला विकारां नाल, इस मन नूं धोण लई अंदर दे जल की जरूरत है। पर वो जल अंदरों किवें लभेगा, किवें प्राप्त होवेगा? इस देही विच नाम अमृत मौजूद पिया, कोई संसा नहीं, पर उसनूं जाहिर करन लई सानू गुरु शब्द दी विचार नाल अपना संबंध जोड़ना पएगा। कॉलेज दे विच स्टूडेंट बैठे ने क्लास अंदर, प्रोफैसर आया, उहदा कर्म की सी? वो मारदा नहीं, कुटदा नहीं, झिड़कदा भी नहीं। उहदे कोल 25 मिनट का टाइम है, उन्हें आके सामने खलोना है, अपनी बुक हथ विच लई जां जुबानी लैक्चर दिता, जिस विषय नूं उन्हें छूना है वो विषय कह के चला गया।
ਉਹਨੂੰ ਕਿਸੇ ਨੇ ਸਮਝਿਆ, ਕਿਸੇ ਨੇ ਨਾ ਸਮਝਿਆ, ਕਿਸੇ ਨੇ ਉਹਨੂੰ ਨੋਟ ਕਰ ਲਿਆ ਤੇ ਕਿਸੇ ਨੇ ਨਾ ਕੀਤਾ। ਹੁਣ ਜਦੋਂ 1 ਸਾਲ ਬਾਅਦ ਐਗਜ਼ਾਮ ਹੋਣੇ ਸੀ ਤੇ ਉਦਣ ਦੂਜੇ ਨੂੰ ਅਗਲੇ ਨੂੰ ਪੁੱਛਦਾ ਮੈਨੂੰ ਦੱਸ ਮੈਂ ਵੀ ਕੁਝ ਲਿਖਾਂ, ਕਿਉਂਕਿ ਜਿੱਦਣ ਤੈਨੂੰ ਸਮਝਾਉਣ ਵਾਸਤੇ ਕਲਾਸ ਵਿੱਚ 25 ਮਿੰਟ ਦਾ ਪੀਰੀਅਡ ਲੈਣ ਵਾਸਤੇ ਪ੍ਰੋਫੈਸਰ ਆਇਆ ਸੀ, ਉਦਣ ਤੈਨੂੰ ਤਵੱਜੋ ਨਾ ਦਿੱਤੀ। ਉਹ ਅਸੀਂ ਵੀ ਰੋਜ਼ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਬੈਠੀਏ ਪਰ ਗੁਰੂ ਦੇ ਸ਼ਬਦ ਵੱਲ, ਗੁਰੂ ਦੇ ਬਚਨ ਵੱਲ, ਗੁਰੂ ਦੀ ਵਿਚਾਰ ਵੱਲ ਤਵੱਜੋ ਦਈਏ। ਕੇਵਲ ਕੰਨ ਰਾਸੀ ਹੀ ਨਾ ਬਣ ਕੇ ਰਹਿ ਜਾਏ ਕਿ ਕਥਾ ਕੰਨ ਰਾਸੀ ਹੈ ਤੋ ਜਿਵੇਂ ਦੇ ਅਸੀਂ ਪਹਿਲੋਂ ਸੀ ਕਿਤੇ ਉਦਾਂ ਦੇ ਤੇ ਨਹੀਂ ਰਹਿ ਜਾਣਾ, ਕਿਤੇ ਉਦਾਂ ਦੇ ਨਾ ਰਹਿ ਜਾਈਏ। ਬਦਲ ਜਾਏ ਜ਼ਿੰਦਗੀ, ਤਬਦੀਲ ਹੋਵੇ ਸਾਡਾ ਸੁਭਾਅ। ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਕਹਿੰਦੇ ਹੁੰਦੇ ਸੀ, ਉਹ ਕਹਿੰਦੇ ਹੁੰਦੇ ਕਈ ਸੱਜਣ ਮੈਨੂੰ ਇਦਾਂ ਦੇ ਮਿਲੇ ਨੇ ਕਿ 40 ਸਾਲ ਪਹਿਲੋਂ ਜਦੋਂ ਮੈਂ ਕਥਾ ਆਰੰਭ ਕੀਤੀ ਸੀ ਉਹਨਾਂ ਦਾ ਸੁਭਾਅ ਉਦਣ ਵੀ ਉਦਾਂ ਦਾ ਹੀ ਸੀ ਤੇ ਮੈਨੂੰ 40 ਸਾਲ ਹੋ ਗਏ ਕਥਾ ਕਰਦਿਆਂ ਕਹਿੰਦੇ ਉਦਣ ਵੀ ਸੁਭਾਅ ਉਦਾਂ ਦਾ ਹੀ ਹੈ। ਇਹਨੂੰ ਤਬਦੀਲ ਕਰਨਾ ਹੈ। ਮੈਂ ਤੇ ਅਰਜ਼ ਕਰਦਾ ਹੁੰਦਾ ਬੱਚੇ ਦੇ ਸਰੀਰ ਵਿੱਚ ਵਿਕਾਸ ਨਾ ਹੋਵੇ ਤੇ ਮਾਂ-ਬਾਪ ਚਿੰਤਾਤੁਰ ਹੋ ਜਾਂਦੇ ਨੇ, ਫਿਕਰਮੰਦ ਹੋ ਜਾਂਦੇ ਨੇ। ਬੱਚੇ ਦਾ ਸਰੀਰ ਵਿਕਾਸ ਨਹੀਂ ਕਰ ਰਿਹਾ, ਬੱਚਾ 5 ਸਾਲ ਦਾ ਹੋ ਗਿਆ ਤੇ 5 ਸਾਲ ਮੁਤਾਬਿਕ ਸਰੀਰ ਗਰੋਥ ਨਹੀਂ ਕਰ ਰਿਹਾ ਤੇ ਅਸੀਂ ਝਟਪਟ ਡਾਕਟਰ ਕੋਲ ਪਹੁੰਚ ਜਾਂਦੇ ਆ। ਮੇਰੀ ਉਮਰ 43 ਸਾਲ ਹੋ ਗਈ, ਮੇਰੇ ਮਨ ਦੀ ਗਰੋਥ ਹੋਈ ਉਹ ਕੋਈ ਨਾ, ਤੇ ਗੁਰੂ ਦੇ ਕੋਲ ਆ ਕੇ ਕਦੇ ਪੁੱਛਿਆ ਹੀ ਨਾ ਸਤਿਗੁਰੂ ਇਹ ਮਨ ਗਰੋਥ ਕਿਉਂ ਨਹੀਂ ਕਰ ਰਿਹਾ, ਇਹ ਸਤਪੁਰਸ਼ ਕਿਉਂ ਨਹੀਂ ਬਣ ਰਿਹਾ, ਇਹ ਭਗਤ ਕਿਉਂ ਨਹੀਂ ਬਣ ਰਿਹਾ, ਇਹ ਕੂੜ ਦੀ ਮੈਲ ਅੰਦਰੋਂ ਉਤਰ ਕਿਉਂ ਨਹੀਂ ਰਹੀ। ਕਦੇ ਪਿਆਰ ਨਾਲ ਗੁਰੂ ਕੋਲੋਂ ਬਹਿ ਕੇ ਪੁੱਛਿਆ ਤੇ ਗੱਲ ਬਣੇ ਨਾ। ਕਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ। ਕਰੀਏ